ये अध्यापक भी इस एजीटेशन का हिस्सा रहे ने ते इन्हां दी मौत हो जाती है तो हुण इन्हां दी लाश नूं सड़क ते रख के प्रदर्शन किया जा रहा है। सुबह असीं फ्रीज़र का इंतजाम भी कर लिया, फ्रीज़र का इंतजाम किया, पर इत्थों के जिहड़े माड़े प्रशासन ने कह लो भी आपदी कड़म चौधरी वाली आ हैंकड़ दिखा के फ्रीजर वाले नूं दबके ला के ते उहदी गड्डी भजाती। दो जनानियां नूं कोल खड़ा के कहदा लोकां दी सरकार, और लोकां दी सरकार विच लोकां दीयां डैड बॉडीआं रुलदियां फिरदियां नूं शर्म नहीं आउंदी इस चीज़ दी। तुसीं भी कच्चे अध्यापक? हाँ जी असीं 18 सालों तो साड़ी हुण तां चिट्टी हो गई, मैं तां क्या रिटायर हो गए होणे तुसीं? नहीं सर, असीं निगुणियां तनखाहां ते काम कर रहे हैं, सिर्फ 5000 रुपये मिलदा। किते इन्ना ना होवे भी सरकार हुण प्रैशर दे विच आके तुहानूं पक्के कर देण ते पक्के हो के तुसीं घरां नूं लंघ जाओ ते ओह डैड बॉडी जिहड़ी पई आ ਉਹਦਾ ਲਾਹਾ ਲੈ ਕੇ ਤੁਸੀਂ ਤੁਰ ਜਾਓ। ਅਸੀਂ ਧੌਣ ਤੇ ਗੋਡਾ ਰੱਖ ਕੇ ਲੜਨਾ ਜਾਣਦੇ ਆ, ਹੱਕ ਖੋਣਾ ਜਾਣਦੇ ਆ। ਮੰਨਦੀ ਆ ਮੈਂ ਹੈਲੀਕਾਪਟਰ ਦੇ ਝੂਟੇ 2 ਮਹੀਨਾ ਮਿਲਿਆ ਇਹਨੂੰ, ਭੁੱਲ ਜੇ। ਇਹ ਬੱਸਾਂ 'ਚ ਰੁਲਦੇ ਦਿਖਾਵਾਂਗੇ ਅਸੀਂ, ਆਉਣ ਵਾਲੇ ਸਮੇਂ ਰੋਡਵੇ ਦੀਆਂ ਬੱਸਾਂ ਤੇ ਰੁਲਦੇ ਦਿਖਾਵਾਂਗੇ। ਅਸੀਂ ਤਾਂ ਸੋਚਿਆ ਰਾਜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਘਰਾਣੇ ਨਾਲ ਸੰਬੰਧਿਤ ਹੈ, ਉਹ ਤਾਂ ਹੰਕਾਰੀ ਹੈ, ਪਰ ਇਹ ਤਾਂ ਉਹਦਾ ਵੀ ਪਿਓ ਨਿਕਲਿਆ। ਇਹਨਾਂ ਨੇ ਦਾਅਵੇ ਕੀਤੇ ਸਰਕਾਰ ਨੇ ਵੀ ਅਸੀਂ ਇਹ ਜਥੇਬੰਦੀਆਂ ਨੂੰ ਖੁਸ਼ਹਾਲ ਕਰ ਦਿੱਤਾ, ਜੇ ਉਹ ਉੱਠ ਕੇ ਆ ਗਈਆਂ ਵੀ ਇਹ ਜਥੇਬੰਦੀ ਜਿਵੇਂ ਮਰਜ਼ੀ ਹੈ ਜੀ ਸਾਡੇ ਤਾਂ ਹੋਇਆ ਹੱਲ ਤੇ ਤੁਹਾਡੇ ਮਗਰੇ ਲਾਤੇ ਜੇ ਇਹਨਾਂ ਨੇ। ਇੱਕ ਦਿਖਾ ਦਿਓ 36000 ਦੀ ਗੱਲ ਕਰਦੇ ਆ, 36 ਬੰਦੇ ਦਿਖਾ ਦਿਓ ਪੱਕੇ ਕੀਤੇ। ਤੇ ਮਨਪ੍ਰੀਤ ਬਾਦਲ ਉਹ ਮਗਰਮੱਛ ਹੈ, ਉਹ ਗਿਰਗਟ ਹੈ। ਜਦੋਂ ਰੂਤ ਸਾਡੀ 14 ਮਹੀਨਿਆਂ ਦੀ ਬੱਚੀ ਬਠਿੰਡੇ ਦੀ ਧਰਤੀ ਦੇ ਉੱਤੇ ਧਰਨੇ ਦੇ ਵਿੱਚ ਸ਼ਹੀਦ ਹੋਈ ਤਾਂ ਇਹ ਜਿਹੜਾ ਗਿਰਗਟ ਸਾਡੇ ਕੋਲ ਉਦੋਂ ਪੀਪਲ ਪਾਰਟੀ ਚਲਾਉਂਦਾ ਸੀ। ਅਸੀਂ ਨਿਰੋਲ ਕਿਸਾਨ ਜਥੇਬੰਦੀ ਤੇ ਹੀ ਹੋ, ਕਿਉਂਕਿ ਕੱਲ ਨੂੰ ਜਦੋਂ ਅਸੀਂ ਕਈ ਵਾਰ ਇਹ ਹੁੰਦਾ ਜਦੋਂ ਕਿਸੇ ਦੀ ਅਸੀਂ ਇੰਟਰਵਿਊ ਕਰਕੇ ਜਾਂਦੇ ਆ ਉਸ ਤੋਂ ਬਾਅਦ ਉਸ ਬੰਦੇ ਦੀਆਂ ਫੋਟੋਆਂ ਵਾਇਰਲ ਹੋ ਜਾਂਦੀਆਂ ਵੀ ਆਹ ਦੇਖੋ ਜੀ ਇਹ ਤਾਂ ਅਕਾਲੀਆਂ ਦਾ ਸੀ, ਇਹ ਆਮ ਆਦਮੀ ਪਾਰਟੀ ਦਾ ਸੀ, ਤਾਂ ਤੁਹਾਨੂੰ ਵੀ ਪੁੱਛੇ ਲੈਂਦੇ ਆ ਜੀ। ਜੇ ਅਸੀਂ ਇਹਨਾਂ ਸਿਆਸੀ ਲੋਕਾਂ ਨੂੰ ਤਾਂ ਕਿਸਾਨ ਮੋਰਚੇ ਦੀ ਸਟੇਜ ਪਰ ਚੜ੍ਹਨ ਨੂੰ ਵੀ ਨਹੀਂ ਦਿੱਤਾ, ਬੋਲਣਾ ਤਾਂ ਪਾਸੇ ਰਿਹਾ, ਅਸੀਂ ਤਾਂ ਬੈਠਣ ਵੀ ਦਿੱਤੇ ਨਹੀਂ। 5 ਸਾਲ ਹੋ ਗਏ, ਵਾਅਦੇ ਕਿਹਨੇ ਕੀਤੇ? ਸਰਕਾਰ ਕਿਹਦੀ ਸੀ? ਇਹ ਜਿਹੜਾ ਹੁਣ ਮੁੱਖ ਮੰਤਰੀ ਹੈ ਇਹ ਕਿੱਥੇ ਸੀ? ਇਹ ਮੰਤਰੀ ਨਹੀਂ ਸੀ ਵਿੱਚ? ਕੀ ਇਹਨੇ ਕਦੇ ਆਵਾਜ਼ ਉਠਾ ਲਈ? ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਨੇ, ਪਰ ਇਸ ਦੇ ਬਾਵਜੂਦ ਵੀ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਧਰਨੇ ਮੁੱਕਣ ਦਾ ਨਾਂ ਨਹੀਂ ਲੈ ਰਹੇ। ਇਸ ਵੇਲੇ ਅਸੀਂ ਮੋਰਿੰਡਾ ਦੇ ਵਿੱਚ ਖੜੇ ਹਾਂ। ਮੋਰਿੰਡਾ ਉਸ ਥਾਂ ਦੇ ਉੱਤੇ ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਰਿਹਾਇਸ਼ ਹੈ। ਮੋਰਿੰਡਾ ਰਿਹਾਇਸ਼ ਦੇ ਸਾਹਮਣੇ ਕੱਚੇ ਅਧਿਆਪਕਾਂ ਦਾ ਧਰਨਾ ਲੱਗਿਆ ਹੋਇਆ। ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ, ਉਹਨਾਂ ਦੀ ਰਿਹਾਇਸ਼ ਦੇ ਅੱਗੇ ਪੁਲਿਸ ਪ੍ਰਸ਼ਾਸਨ ਵੀ ਖੜਾ ਹੈ। ਪਰ ਇੱਕ ਇੱਥੇ ਜਿਹੜਾ ਧਰਨਾ ਹੈ ਇਹ ਇੱਕ ਦੁਖਦਾਇਕ ਇਸ ਲਈ ਵੀ ਹੈਗਾ ਵੀ ਇੱਥੇ ਇੱਕ ਅਧਿਆਪਕ ਦੀ ਡੈੱਡ ਬੋਡੀ ਰੱਖ ਕੇ ਇਹ ਅਧਿਆਪਕ ਬੈਠੇ ਨੇ। ਕੱਚੇ ਅਧਿਆਪਕ ਤੇ ਦੱਸਿਆ ਜਾਂਦਾ ਵੀ ਇਹ ਅਧਿਆਪਕ ਵੀ ਇਸ ਐਜੀਟੇਸ਼ਨ ਦਾ ਹਿੱਸਾ ਰਹੇ ਨੇ ਤੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਇਹਨਾਂ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੋ ਗੱਲਬਾਤ ਕਰ ਲੈਂਦੇ ਹਾਂ ਆਪਾਂ ਸਾਰੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਗਗਨ। ਗਗਨ ਜੀ ਕਿਵੇਂ ਵੇਖਦੇ ਹੋ ਇਹ ਜਿਹੜੀ, ਪਹਿਲੇ ਤਾਂ ਇਹ ਦੱਸੋ ਜੀ ਇਹ ਜਿਹੜੀ ਮੌਤ ਹੋਈ ਹੈ ਕਿਵੇਂ ਹੋਈ ਹੈ, ਕਿਹਦੀ ਹੋਈ ਹੈ ਜੀ? ਸਰ ਇਹ ਸਾਡਾ ਸਾਥੀ ਕੱਚਾ ਅਧਿਆਪਕ ਜਿਹੜਾ ਕਿ 6000 ਤਨਖਾਹ ਦੇ ਉੱਤੇ ਕੰਮ ਕਰ ਰਿਹਾ ਸੀ, ਗੁਰਪ੍ਰੀਤ ਸਿੰਘ ਫਰੀਦਕੋਟ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ। ਤਾਂ ਸਾਥੀ ਜਿਹੜੇ ਸ਼ੁਰੂ ਤੋਂ ਹੀ ਧਰਨੇ ਦੇ ਵਿੱਚ ਸਰਗਰਮ ਸੀ, ਬਹੁਤ ਵੱਡੀ ਉਹਨਾਂ ਨੇ ਘਾਲਣਾ ਘਾਲੀ ਹੈ ਸੰਘਰਸ਼ਾਂ ਦੇ ਵਿੱਚ। ਤਾਂ ਪਿਛਲੇ 2 ਦਿਨਾਂ ਦੇ ਵਿੱਚ ਸਾਡੇ ਕੋਲ ਹੀ ਸੀ ਇੱਥੇ ਧਰਨੇ ਦੇ ਵਿੱਚ, ਲਗਾਤਾਰ ਦਿਨ ਕੱਢ ਕੇ ਗਏ ਆ ਉਹ। ਉਸ ਤੋਂ ਬਾਅਦ ਮਤਲਬ ਸੋਸ਼ਲ ਮੀਡੀਆ 'ਚ ਇੱਕ ਖਬਰ ਵਾਇਰਲ ਹੋਣ ਲੱਗ ਗਈ ਕਿ ਕੱਚੇ ਅਧਿਆਪਕਾਂ ਦਾ ਜਿਹੜਾ ਬਜਟ ਪਾਸ ਹੋਇਆ 25500 ਉਹ ਨਾ ਮਿਲ ਕੇ 2-3000 ਰੁਪਇਆ ਵਾਧਾ ਮਿਲ ਰਿਹਾ। ਤਾਂ ਉਦੋਂ ਦੀ ਸਾਥੀ ਦੇ ਦਿਲ ਦੇ ਵਿੱਚ ਮਤਲਬ ਇਹ ਗੱਲ ਘਰ ਗਈ ਸੀਗੀ ਕਿ ਸਾਡਾ ਕੁਝ ਨਹੀਂ ਬਣਿਆ, ਕਿਉਂਕਿ ਜ਼ਿਕਰਯੋਗ ਇਹ ਹੈ ਕਿ ਇਹਨਾਂ ਦੀ ਵਾਈਫ ਵੀ ਕੱਚੇ ਅਧਿਆਪਕਾਂ 'ਚ ਹੈ, ਉਹਨਾਂ ਦੀ 5500 ਪੇ ਹੈ, ਇਹਨਾਂ ਦੀ 6000 ਤਨਖਾਹ ਹੈ। ਤੇ ਜਿਹੜੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਵੀ 2 ਬੱਚੇ
ਜਿਹੜੇ ਹੈ ਵੀ ਜ਼ਿਆਦਾ ਨਹੀਂ ਗੇ, ਪਰ ਪੇਟ ਪਾਲਣਾ ਔਖਾ ਹੈ। 3:30 ਵਜੇ ਸਾਥੀ ਇੱਕ ਛੋਟੀ ਜੀ ਦੁਕਾਨ ਕਿਰਾਏ ਤੇ ਕਰਕੇ ਮਸ਼ੀਨੀ ਕਢਾਈ ਕਰਕੇ, ਯਾਨੀ ਕਿ ਕੱਪੜਿਆਂ ਦੇ ਉੱਤੇ ਆਪਣਾ ਪੇਟ ਦੀ ਪਾਲਣਾ ਕਰਦੇ ਸੀਗੇ, ਪਾਲਦੇ ਸੀ ਆਪਣਾ ਪੇਟ। ਵੀ ਪਹਿਲਾਂ ਐਜ਼ ਏ ਟੀਚਿੰਗ ਜੌਬ ਕਰਨੀ, ਉਸ ਤੋਂ ਬਾਅਦ ਇੱਕ ਕਾਰੀਗਰ ਦੇ ਤੌਰ ਤੇ ਕੰਮ ਕਰਨਾ। ਤਾਂ ਜਦੋਂ ਇਹਨਾਂ ਨੂੰ ਐਂ ਲੱਗਿਆ ਵੀ ਇੱਥੇ ਕੁਝ ਨਹੀਂ ਬਣਨਾ ਸਾਡਾ, ਚਲੋ ਘਰੇ ਚਲੇ ਗਏ। ਘਰੇ ਜਾ ਕੇ ਆਪਦੀ ਮਿਸਿਸ ਨੂੰ ਇਹੀ ਗੱਲ ਕਹੀ ਕਿ ਆਪਣਾ ਮੈਨੂੰ ਨਹੀਂ ਲੱਗਦਾ ਵੀਰਪਾਲ ਕੁਝ ਬਣੂਗਾ, ਮੇਰਾ ਚਿੱਤ ਨਹੀਂ ਕਰਦਾਗਾ ਹੁਣ ਵੀ ਕੁਝ ਨਹੀਂ ਬਣਨਾ, ਆਪਣਾ ਨਰਕ ਦੀ ਜ਼ਿੰਦਗੀ ਭੋਗਣੀ ਪਊਗੀ। ਉਸ ਤੋਂ ਬਾਅਦ ਉਹ ਕਹਿੰਦੀ ਵੀ ਕੋਈ ਨਹੀਂ, ਅਜੇ ਤਾਂ ਆਪਣੀ ਜਥੇਬੰਦੀ ਲੜ ਰਹੀ ਹੈ। ਚਲੋ ਸਕੂਲ ਚਲੇ ਗਏ। ਸਕੂਲੋਂ ਆਏ, ਆ ਕੇ ਵੀ ਉਹਨਾਂ ਦੇ ਦਿਮਾਗ 'ਚ ਇਹੀ ਗੱਲ ਸੀ ਕਿ ਸਾਡਾ ਕੁਝ ਨਹੀਂ ਬਣਨਾ। ਬਸ ਆ ਕੇ 3:30 4 ਵਜੇ ਬਸ ਪਾਣੀ ਪੀਤਾ, ਹੋਰ ਕੁਛ ਨਹੀਂ। ਕਹਿੰਦੇ ਮੈਂ ਪੈਣਾ, ਮੇਰੀਆਂ ਲੱਤਾਂ ਕੰਬ ਰਹੀਆਂ, ਯਾਨੀ ਕਿ ਜਿਵੇਂ ਅੰਦਰੋਂ ਡਰ ਗਏ ਸੀ, ਡੋਲ ਗਏ ਸੀ, ਅੰਦਰੋਂ ਝੰਜੋੜੇ ਗਏ ਸੀ ਵੀ ਸਾਡਾ ਕੀ ਬਣਿਆ। ਜ਼ਿਕਰਯੋਗ ਇਹ ਵੀ ਹੈ ਕਿ ਅਸੀਂ ਮੋਹਾਲੀ ਮਤਲਬ 16 ਜੂਨ ਤੋਂ ਬੈਠੇ ਰਹੇ। ਉੱਥੇ ਜਦੋਂ ਲੰਮਾ ਸੰਘਰਸ਼ ਕਰਿਆ, ਕੁਛ ਨਹੀਂ ਬਣਿਆ, ਤਾਂ ਅਸੀਂ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਅਸੀਂ ਮਰਿੰਡੇ ਆ ਗਏ। ਲਗਭਗ 6-7 ਮਹੀਨੇ ਹੋ ਗਏ ਸੰਘਰਸ਼ ਕਰਦਿਆਂ ਨੂੰ, ਵੈਸੇ 18 ਸਾਲ ਹੀ ਹੋ ਗਏ। ਤਾਂ ਇਸੇ ਸਦਮੇ ਦੇ ਕਰਕੇ ਜਿਹੜਾ ਇਹਨਾਂ ਦੀ ਡੈਥ ਹੋਈ ਹੈ। ਤੇ ਹੁਣ ਮੌਤ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਜੀ? ਦੇਖੋ ਕੱਲ ਇਹਨਾਂ ਦੀ ਮੌਤ ਲਗਭਗ ਸ਼ਾਮ ਕੁ ਨੂੰ ਹੋਈ ਹੈ, 4-5 ਵਜੇ ਦੇ ਮਤਲਬ ਨੇੜੇ। ਡੈੱਡ ਬੋਡੀ ਤੁਸੀਂ ਬਿਨਾਂ ਫਰੀਜ਼ਰ ਤੋਂ ਰੱਖੀ ਪਈ ਹੈ ਜੀ? ਹਾਂਜੀ, ਉਹ ਇਦਾਂ ਹੋਇਆ ਵੀ ਜਿਵੇਂ ਇਹਨਾਂ ਦੀ ਡੈਥ ਹੋਈ, ਫੈਮਿਲੀ ਰਾਤੋਂ ਰਾਤ ਸਾਡੇ ਕੋਲ ਲੈ ਕੇ ਇੱਥੇ ਪਹੁੰਚ ਗਈ। ਸਵੇਰ ਅਸੀਂ ਫਰੀਜ਼ਰ ਦਾ ਇੰਤਜ਼ਾਮ ਵੀ ਕਰ ਲਿਆ, ਫਰੀਜ਼ਰ ਦਾ ਇੰਤਜ਼ਾਮ ਕੀਤਾ, ਪਰ ਇੱਥੋਂ ਦੇ ਜਿਹੜੇ ਮਾੜੇ ਪ੍ਰਸ਼ਾਸਨ ਨੇ, ਕਹਿ ਲਓ ਵੀ ਆਪਦੀ ਕੜਮ ਚੌਧਰੀ ਵਾਲੀ ਆ ਹੈਂਕੜ ਦਿਖਾ ਕੇ ਫਰੀਜ਼ਰ ਵਾਲੇ ਨੂੰ ਦਬਕੇ ਲਾ ਕੇ ਤੇ ਉਹਦੀ ਗੱਡੀ ਭਜਾਤੀ। ਫਰੀਜ਼ਰ ਸਾਨੂੰ ਲਾਉਣ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਅਸੀਂ ਸ਼ਹਿਰ ਦੇ ਕੋਨੇ-ਕੋਨੇ ਵਿੱਚ ਜਿੱਥੋਂ ਸਾਨੂੰ ਲੱਗਦਾ ਸੀ ਕਿ ਫਰੀਜ਼ਰ ਮਿਲ ਸਕਦਾ, ਅਸੀਂ ਜਾਏ, ਸਾਨੂੰ ਫਰੀਜ਼ਰ ਕਿਸੇ ਨੇ ਨਹੀਂ ਦਿੱਤਾ। ਸਭ ਨੇ ਇਹੀ ਕਿਹਾ ਕਿ ਸਾਨੂੰ ਪੁਲਿਸ ਨੇ ਰੋਕਿਆ ਵੀ ਇਹਨਾਂ ਨੂੰ ਕੱਚੇ ਅਧਿਆਪਕਾਂ ਨੂੰ ਫਰਿੱਜ ਨਹੀਂ ਦੇਣੀ। ਤਾਂ ਕਰਕੇ ਫਿਰ ਫਰਿੱਜ ਦਾ ਇੰਤਜ਼ਾਮ ਨਹੀਂ ਹੋ ਪਾਇਆ। ਅਸੀਂ ਕਈ ਵਾਰੀ ਦਬਾਅ ਵੀ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਥੇਬੰਦੀਆਂ ਵੀ ਗੱਲ ਕਰਕੇ ਹਟੀਆਂ, ਹੁਣ ਵੀ ਗੱਲ ਕੀਤੀ ਹੈ। SDM ਸਾਹਿਬ ਇਹ ਕਹਿ ਰਹੇ ਆ ਕਿ ਅਸੀਂ ਫਰਿੱਜ ਦੇ ਵਿੱਚ ਜਿਹੜੀ ਡੈੱਡ ਬੋਡੀ ਲਾ ਕੇ ਉਹਦੀ ਬੇਅਦਬੀ ਨਹੀਂ ਹੋਣ ਦੇਣੀ। ਤਾਂ ਫਿਰ ਅਸੀਂ ਉੱਥੇ ਇਹ ਸਵਾਲ ਵੀ ਲਾਇਆ ਕਿ ਫਰਿੱਜ ਦੇ ਵਿੱਚ ਜੇ ਤੁਹਾਨੂੰ ਬੇਅਦਬੀ ਲੱਗਦੀ ਹੈ ਤਾਂ ਫਿਰ ਹੁਣ ਬੇਅਦਬੀ ਨਹੀਂ ਹੋ ਰਹੀ, ਸਵੇਰ ਦੀ ਬੇਅਦਬੀ ਨਹੀਂ ਹੋ ਰਹੀ, ਸਮੈਲ ਆ ਰਹੀ ਹੈ ਡੈੱਡ ਬੋਡੀ 'ਚੋਂ। ਤਾਂ ਕੁੱਲ ਮਿਲਾ ਕੇ ਇਹ ਵੀ ਪ੍ਰਸ਼ਾਸਨ ਪੂਰੀ ਤਰ੍ਹਾਂ ਕਠਪੁਤਲੀ ਬਣਿਆ। ਹੈਂਕੜ ਕੜਮ ਚੌਧਰੀ ਮੁੱਖ ਮੰਤਰੀ ਚਰਨਜੀਤ ਚੰਨੀ ਦਾ, ਇਹ ਆਪਦੀ ਵਫਾਦਾਰੀ ਨਿਭਾ ਰਹੇ ਹੈ। ਇਨਸਾਨੀਅਤ ਨੂੰ ਛਿੱਕੇ ਟੰਗ ਕੇ, ਇਨਸਾਨੀਅਤ ਇਹਨਾਂ ਦੀ ਜ਼ਮੀਰ ਬਿਲਕੁਲ ਮਰ ਚੁੱਕੀ ਹੈ। ਸਵੇਰ ਦੇ ਤਰਲੇ ਕਰ ਰਹੇ ਆ, ਜਥੇਬੰਦੀਆਂ ਵੀ ਦਬਾਅ ਵੀ ਪਾ ਕੇ ਦੇਖ ਲਿਆ, ਪਰ ਮਤਲਬ ਫਰੀਜ਼ਰ ਦੀ ਇਹ ਕਿਤੇ ਗੱਲ ਨਹੀਂ ਕਰ ਰਹੇ। ਬਿਲਕੁਲ। ਸੋ ਸਰਦਾਰ ਸਾਹਿਬ ਵੀ ਹੈਗੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਸਰ? ਸਰ ਮੇਰਾ ਨਾਮ ਦਲਜੀਤ ਸਿੰਘ ਆ ਜੀ। ਕਿਸ ਜਥੇਬੰਦੀ ਤੋਂ ਜੀ ਤੁਸੀਂ? ਮੈਂ EGH ਕੱਚੇ ਅਧਿਆਪਕ ਯੂਨੀਅਨ ਤੋਂ ਜੀ। ਤੁਸੀਂ ਵੀ ਕੱਚੇ ਅਧਿਆਪਕ? ਹਾਂਜੀ, ਅਸੀਂ 18 ਸਾਲਾਂ ਤੋਂ। ਨਾੜੀ ਹੁਣ ਤਾਂ ਚੱਟੀ ਹੋ ਗਈ, ਮੈਂ ਤਾਂ ਕਿਹਾ ਰਿਟਾਇਰ ਹੋ ਗਏ ਹੋਣੇ ਤੁਸੀਂ। ਨਹੀਂ ਸਰ, ਅਸੀਂ ਨਿਗੁਣੀਆਂ ਤਨਖਾਹਾਂ ਦੇ ਕੰਮ ਕਰ ਰਹੇ ਹਾਂ। ਸਿਰਫ 5000 ਰੁਪਏ ਮਿਲਦਾ, ਪਹਿਲਾਂ ਸਾਨੂੰ 1000 ਮਿਲਦਾ ਸੀਗਾ। ਤਾਂ ਸਾਡੀ ਬੱਚੀ ਰੂਥ ਦੀ ਸ਼ਹੀਦੀ ਤੋਂ ਬਾਅਦ ਸਾਨੂੰ 5000 ਦਿੱਤਾ ਜਾਣ ਲੱਗਾ। ਅਸੀਂ 3-4 ਸ਼ਹੀਦੀਆਂ ਦੇ ਚੁੱਕੇ ਹਾਂ ਸਰ। ਪਹਿਲਾਂ ਸਾਨੂੰ ETT ਕਰਵਾਈ ਗਈ ਸਰਕਾਰ ਨੇ, ਉਸ ਸਮੇਂ ਵੀ ਸਾਡੀ ਕਿਰਨਜੀਤ ਕੌਰ ਨੇ ਸ਼ਹੀਦੀ ਦਿੱਤੀ। ਉਸ ਤੋਂ ਬਾਅਦ ਸਾਡੇ ਸਾਥੀ ਜੀਲਾ ਸਿੰਘ ਸ਼ਹੀਦ ਹੋਏ, ਪਰ ਸਮੇਂ-ਸਮੇਂ ਤੇ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ। ਤੇ ਹੁਣ ਅਸੀਂ ਪਿਛਲੇ ਜੂਨ ਮਹੀਨੇ ਤੋਂ ਅਸੀਂ ਮਹਾਲੀ ਦੇ ਵਿੱਚ ਵੀ ਪੱਕਾ ਧਰਨਾ ਲਗਾ ਕੇ ਉੱਥੇ ਸਰਕਾਰ ਦਾ ਪਿੱਟ ਛਾਪਾ ਕਰ ਰਹੇ ਹਾਂ, ਪਰ ਸਾਡੀ ਕੋਈ ਆਵਾਜ਼ ਨਹੀਂ ਸੁਣੀ ਜਾ ਰਹੀ ਹੈ। ਮਜਬੂਰ ਹੋ ਕੇ ਅਸੀਂ ਮਰਿੰਡੇ ਦੇ ਵਿੱਚ ਹੁਣ ਧਰਨਾ ਸ਼ੁਰੂ ਕੀਤਾ ਹੋਇਆ ਵੀ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਇਹ ਮੁੱਖ ਮੰਤਰੀ ਉਹ ਵੱਡੇ ਡਰਾਮੇ ਕਰਦਾ ਵੀ ਅਸੀਂ ਅੱਧੀ ਰਾਤ ਜੋ ਲੋਕਾਂ ਨੂੰ ਜਾ ਕੇ ਮਿਲਦਾ ਵੀ ਕਹਿੰਦਾ ਵੀ ਅਸੀਂ ਮੈਂ ਗਰੀਬਾਂ ਦਾ ਮਸੀਹਾ, ਮੈਂ ਕੱਚੇ ਮੁਲਾਜ਼ਮ ਪੱਕੇ ਕਰਤੇ। ਵੀ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਵੀ ਇਹ ਕੱਚੇ ਮੁਲਾਜ਼ਮ ਨਹੀਂ ਜਿਹੜੇ ਤੁਹਾਡੇ ਸਾਹਮਣੇ ਬੈਠੇ ਆ, ਬਿਲਕੁਲ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ, ਪਰ ਸਾਨੂੰ ਪਿਛਲੇ ਇੱਥੇ ਵੀ ਬੈਠਿਆਂ ਨੂੰ ਸਾਨੂੰ ਲਗਾਤਾਰ 25-30 ਦਿਨ ਹੋ ਗਏ, ਪਰ ਸਾਡੀ ਹਜੇ ਤੱਕ ਕਿਸੇ ਨੇ ਨਹੀਂ ਸੁਣੀ। ਹੋ ਸਕਦਾ ਜੀ ਵੀ ਜਿਹੜੀ ਇਹ ਭਰਤੀ ਹੋਈ ਹੋਵੇ ਤੁਹਾਡੀ, ਉਹਦੇ ਵਿੱਚ ਕੋਈ ਨਿਯਮ ਅਜਿਹੇ ਹੋਣ ਵੀ ਜਿਹਦੇ ਤਹਿਤ ਤੁਹਾਨੂੰ ਪੱਕੇ ਨਹੀਂ ਕੀਤਾ ਜਾ ਸਕਦਾ ਹੋਵੇ? ਸਰ ਅਸੀਂ ਕੋਈ ਐਂ ਤਾਂ ਆ ਨਹੀਂ ਗਏ ਵੀ ਸਕੂਲਾਂ 'ਚ ਅਸੀਂ ਕੋਈ ਕੰਧ ਟੱਪ ਕੇ ਆ ਗਏ। ਸਾਨੂੰ ਸਾਡੇ ਆਰਡਰ ਮਿਲੇ, ਸਾਨੂੰ DO ਨੇ ਆਰਡਰ ਦਿੱਤੇ ਆ। ਸਾਡੇ ਪਹਿਲਾਂ ਪਾਸਬੁੱਕ ਕਮੇਟੀਆਂ ਨੇ ਮਤੇ ਪਾਏ ਗਏ ਆ, ਉਸ ਤੋਂ ਬਾਅਦ ਸਾਨੂੰ ਮੈਰਿਟ ਬਣੀ ਆ, ਪਿੰਡ ਪੱਧਰ ਤੇ ਸਾਡੀ ਮੈਰਿਟ ਬਣੀ ਆ ਪਹਿਲਾਂ। ਉਸ ਤੋਂ ਬਾਅਦ ਸਰਕਾਰ ਨੇ ETT ਕਰਵਾਈ, ਫਿਰ DO ਨੇ ਸਾਨੂੰ ਆਰਡਰ ਦਿੱਤੇ, ਫਿਰ ਅਸੀਂ ਸਕੂਲਾਂ 'ਚ ਆਏ ਆ। ਫਿਰ ਸਰਕਾਰ ਨੇ ਸਾਨੂੰ NTD ਦਾ ਕੋਰਸ ਕਰਵਾਇਆ, ਕਹਿੰਦੇ ਉਦੋਂ ਬਾਅਦ ਤੁਹਾਨੂੰ ਪ੍ਰਾਇਮਰੀ ਦੀ ਪੋਸਟ ਤੇ ਰੈਗੂਲਰ ਕਰ ਦਿਆਂਗੇ। ਹੁਣ ਮੰਗ ਕੀ ਹੈ ਤੁਹਾਡੀ ਜੀ?
ਸਾਡੀ ਤਾਂ ਇਹੀ ਮੰਗ ਹੈ ਜਿਹੜਾ 13000 ਅਧਿਆਪਕ ਆ ਜਿਹੜਾ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਜਿਹੜਾ ਸਾਡੇ ਗੁਰਪ੍ਰੀਤ ਸਿੰਘ ਆ ਉਹਦੇ ਪਰਿਵਾਰ ਨੂੰ ਉਹਦੇ ਨਾਲ ਇਨਸਾਫ ਕੀਤਾ ਜਾਵੇ, ਉਹਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ, 50 ਲੱਖ ਰੁਪਇਆ ਉਹਨੂੰ ਦਿੱਤਾ ਜਾਵੇ। ਇਹੀ ਸਾਡੀ ਮੰਗ ਹੈ ਜੀ। ਮਤਲਬ ਕਿ ਕਿਤੇ ਇਹਨਾਂ ਨਾ ਹੋਵੇ ਵੀ ਸਰਕਾਰ ਹੁਣ ਪ੍ਰੈਸ਼ਰ ਦੇ ਵਿੱਚ ਆ ਕੇ ਤੁਹਾਨੂੰ ਪੱਕੇ ਕਰ ਦੇਣ ਤੇ ਪੱਕੇ ਹੋ ਕੇ ਤੁਸੀਂ ਘਰਾਂ ਨੂੰ ਲੰਘ ਜਾਓ ਤੇ ਉਹ ਡੈੱਡ ਬੋਡੀ ਜਿਹੜੀ ਪਈ ਆ ਉਹਦਾ ਲਾਹਾ ਲੈ ਕੇ ਤੁਸੀਂ ਤੁਰ ਜਾਓ ਜੀ। ਨਹੀਂ ਸਰ, ਸਾਡੀ ਪਹਿਲੀ ਮੰਗ ਹੀ ਇਹ ਆ ਵੀ ਸਰ ਗੁਰਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤੇ ਨਾਲ ਸਾਨੂੰ ਜਿਹੜਾ 13000 ਅਸੀਂ 18 ਸਾਲਾਂ ਤੋਂ ਰੋਲ ਰਹੇ ਹਾਂ ਸਾਨੂੰ ਪੱਕਾ ਕੀਤਾ ਜਾਵੇ, ਕਿਉਂਕਿ ਜੇ ਚੋਣ ਜਾਬਤਾ ਇੱਕ ਵਾਰੀ ਲੱਗ ਜਾਂਦਾ ਸਾਡੇ ਪਤਾ ਨਹੀਂ ਕਿੰਨੇ ਕਿ ਗੁਰਪ੍ਰੀਤ ਸ਼ਹੀਦੀਆਂ ਪਾਉਣਗੇ, ਕਿੰਨੇ ਕਿ ਸਾਰੇ ਮਾਨਸਿਕ ਪਰੇਸ਼ਾਨੀਆਂ ਦੇ ਮੇਰੇ ਵਰਗੇ ਸ਼ਿਕਾਰ ਆ ਜਿਨ੍ਹਾਂ ਦਾ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਚੱਲਦਾ। ਤੁਸੀਂ ਦੇਖੋ 6000 ਨਾਲ ਪਰਿਵਾਰ ਦਾ ਗੁਜ਼ਾਰਾ ਚਾਉਣਾ ਕਿੰਨਾ ਮੁਸ਼ਕਲ ਹੈ। ਬਿਲਕੁਲ ਵੋਟਾਂ ਨੇੜੇ ਨੇ, ਤੁਸੀਂ ਮਾਨਸਿਕ ਤੌਰ ਤੇ ਤਕੜੇ ਰਹੋ। ਇਹ ਵੀ ਕੋਈ ਹੱਲ ਨਹੀਂ ਹੈ ਜੀ ਕੋਈ ਖੁਦਕੁਸ਼ੀ ਕਰ ਲੈਣੀ ਜਾਂ ਹਨਾ ਜੀ ਆਪਣੇ ਆਪ ਨੂੰ ਤਕੜੇ ਰੱਖੋ। ਉਹਦਾ ਕਾਰਨ ਇਹ ਵੀ ਹੈਗਾ ਵੀ ਜੇ ਹੁਣ ਨਹੀਂ ਹੁੰਦਾ, ਜੇ ਸਰਕਾਰ ਅੱਗੇ ਕਿਹੜੀ ਆਉਂਦੀ ਹੈ ਹੋ ਸਕਦਾ ਤੁਹਾਡਾ ਹੱਲ ਹੋ ਜੇ ਜੀ। ਹੈਗੀ ਉਮੀਦ? ਸਾਡੀ ਉਮੀਦ ਤਾਂ ਹੈਗੀ ਆ ਜੀ। ਜੇ ਸਰਕਾਰ ਨੂੰ ਮਾੜਾ ਮੋਟਾ ਵੀ ਸਾਡੇ ਕੋਈ ਦਿਲ ਦਰਦ ਹੈਗਾ, ਦੁੱਖ ਦਰਦ ਹੈਗਾ ਤਾਂ ਸਾਨੂੰ ਹੱਲ ਕਰਨਾ ਚਾਹੀਦਾ। ਸਾਨੂੰ ਚੰਨੀ ਸਾਹਿਬ ਦੇ ਤਾਂ ਮੈਂ ਬੋਰਡ ਲੱਗੇ ਦੇਖਿਆ ਜੀ, ਉਹ ਐਵੇਂ ਵੀ ਨਹੀਂ ਵੀ ਕਿਧਰੋਂ ਬੁਲਾਏ ਹੋਏ ਆ, ਉਹ ਸਭਾਵਾਂ ਦੇ ਵਿੱਚੋਂ ਬੋਰਡ ਚੁੱਕ ਕੇ ਫੋਟੋਆਂ ਲਾਈਆਂ ਹੋਈਆਂ ਜੀ, ਗਰੀਬਾਂ ਦੇ ਨਾਲ ਮਿਲਦੇ ਆ ਚੰਨੀ ਸਾਹਿਬ। ਹਾਂਜੀ, ਅਸੀਂ ਕਹਿੰਦੇ ਜਦੋਂ ਹੋਰ ਗਰੀਬਾਂ ਦੇ ਮਸਲੇ ਹੱਲ ਕਰਦੇ ਚੰਨੀ ਸਾਹਿਬ, ਸਾਡਾ ਵੀ ਮਸਲਾ ਹੱਲ ਕਰਨਾ ਚਾਹੀਦਾ। ਅਸੀਂ ਉਹਦੇ ਸ਼ਹਿਰ ਦੇ ਵਿੱਚ ਆ ਕੇ ਅਸੀਂ ਆਪਦਾ ਦੁੱਖ ਦਰਦ ਚਨਾ ਰਹੇ ਹਾਂ। ਪਰਸਨਲ ਕੋਈ ਤੌਰ ਤੇ ਜਾਂ ਇਸ ਜਥੇਬੰਦੀ ਦੀ ਤੁਹਾਡੀ ਕੋਈ ਮੀਟਿੰਗ ਨਹੀਂ ਹੋਈ ਚੰਨੀ ਸਾਹਿਬ ਨਾਲ? ਸਰ ਸਾਡੀਆਂ ਚੰਨੀ ਸਾਹਿਬ ਨਾਲ ਮੀਟਿੰਗਾਂ ਹੁੰਦੀਆਂ, ਭਰੋਸਾ ਦੇ ਦਿੱਤਾ ਜਾਂਦਾ ਪਰ ਹੱਲ ਕੋਈ ਨਹੀਂ ਕੀਤਾ ਜਾਂਦਾ। ਜਿਹੜੀ ਲਾਸਟ ਮੀਟਿੰਗ ਚੰਨੀ ਸਾਹਿਬ ਨਾਲ ਹੋਈ ਸੀ ਉਹ ਅੰਦਰ ਪ੍ਰਸ਼ਾਸਨ ਨੇ ਮਿਲਾਈ ਸੀ ਤਾਂ ਚੰਨੀ ਸਾਹਿਬ ਦਾ ਜਵਾਬ ਇਹ ਸੀ ਕਿ ਤੁਹਾਡੇ ਮਸਲੇ ਉਦੋਂ ਹੱਲ ਹੋਣਗੇ ਜਦੋਂ ਤੁਸੀਂ ਮੇਰੀ ਕੋਠੀ ਦੇ ਗੇਟ ਅੱਗੋਂ ਖੜੇ ਹੋ ਜਾਓਗੇ। ਯਾਨੀ ਕਿ ਪ੍ਰੋਪਰ ਤੌਰ ਤੇ ਧਮਕੀ ਦਿੱਤੀ, ਕਹਿੰਦੇ ਨਹੀਂ ਤਾਂ ਨਹੀਂ ਹੋਣਗੇ। ਤਾਂ ਸਾਥੀ 11 ਤਰੀਕ ਦਾ ਇਕੱਠ ਸੀ ਸਾਡਾ ਪੰਜਾਬ ਦਾ, ਅਸੀਂ ਖੇਤਾਂ ਵਿੱਚ ਦੀ ਹੋ ਕੇ ਕੋਠੀ ਦੇ ਅੰਦਰ ਜਾ ਕੇ ਮੁਰਦਾਬਾਦ ਕੀਤਾ ਸੀਗਾ। ਤੇ ਬਾਕੀ ਰਹੀ ਗੱਲ ਜਿਹੜੀ ਤੁਸੀਂ ਕੁਐਸਚਨ ਬਹੁਤ ਵਧੀਆ ਕੀਤਾ, ਵਧੀਆ ਲੱਗਿਆ ਮੈਨੂੰ ਵੀ ਤੁਸੀਂ ਆਪਦੀਆਂ ਮੰਗਾਂ ਮਨਾ ਕੇ ਤੇ ਕਿਤੇ ਨਹੀਂ ਉੱਠ ਜਾਓਗੇ। ਸਰ ਸਾਡੀਆਂ 3 ਸ਼ਹਾਦਤਾਂ ਹੋਈਆਂ ਤੇ ਤਿੰਨਾਂ ਸ਼ਹਾਦਤਾਂ ਦੇ ਵਿੱਚ ਸਾਡੀ ਆਪਦੀ ਮੰਗ ਤੋਂ ਭਾਵੇਂ ਅਸੀਂ ਭੁੱਖੇ ਮਾਰ ਰਹੇ ਹਾਂ, ਆਪਦੀ ਮੰਗ ਤੋਂ ਹਟ ਕੇ ਅਸੀਂ ਪਹਿਲਾਂ ਜਿਹੜਾ ਪੀੜਤ ਪਰਿਵਾਰ ਹੈ ਉਹਦੇ ਲਈ ਮੰਗਿਆ ਤੇ ਦਵਾਇਆ ਵੀ ਹੈ। ਅੱਜ ਵੀ ਜਿਹੜੀ ਸਾਡੀ ਮੰਗ ਪਹਿਲੀ ਮੰਗ, ਦੂਜੀ ਮੰਗ, ਪਹਿਲੀ ਮੰਗ ਪਰਿਵਾਰ ਨੂੰ ਨੌਕਰੀ ਹੈ, ਦੂਜੀ ਮੰਗ 50 ਲੱਖ ਮੁਆਵਜ਼ੇ ਦੀ ਹੈ, ਤੀਜੀ ਮੰਗ ਭੈਣ ਵੱਲੋਂ ਮਤਲਬ ਮੰਗ ਪੱਤਰ ਗਿਆ ਵੀਰਪਾਲ ਕੌਰ ਵੱਲੋਂ, ਇਹਨਾਂ ਦੀ ਵਾਈਫ ਵੱਲੋਂ। ਤੀਜੀ ਮੰਗ ਇਹਨਾਂ ਨੇ ਲਿਖੀ ਹੈ ਕੱਚੇ ਅਧਿਆਪਕਾਂ ਦੀ। ਤਾਂ ਐਸਡੀਐਮ ਸਾਹਿਬ ਨੂੰ ਜਦੋਂ ਮੰਗ ਪੱਤਰ ਦਿੱਤਾ ਤਾਂ ਐਸਡੀਐਮ ਸਾਹਿਬ ਕਹਿੰਦੇ ਨਹੀਂ 2 ਮੰਗਾਂ ਤੇ ਫੋਕਸ ਕਰਾਂਗੇ, ਤੀਜੀ ਤੁਹਾਡੀ ਜਥੇਬੰਦੀ ਦੀ ਹੈ। ਤਾਂ ਉੱਥੇ ਵੀ ਅਸੀਂ ਕਹਿ ਕੇ ਆਏ ਹਾਂ ਕਿ ਤੁਸੀਂ ਉਤਲੀਆਂ ਤੋਂ ਹੱਲ ਕਰੋ, ਤੀਜੀ ਸਾਨੂੰ ਲੈਣੀ ਆਉਂਦੀ ਹੈ। ਅਸੀਂ ਧੌਣ ਤੇ ਗੋਡਾ ਰੱਖ ਕੇ ਲੜਨਾ ਜਾਣਦੇ ਆ, ਹੱਕ ਖੋਣਾ ਜਾਣਦੇ ਆ। ਠੀਕ ਹੈ ਕੋਡ ਆਫ ਕੰਡਕਟ ਲੱਗ ਜੂਗਾ, ਮੰਨਦੀ ਹਾਂ ਮੈਂ ਹੈਲੀਕਾਪਟਰ ਦੇ ਝੂਟੇ 2 ਮਹੀਨਾ ਮਿਲੇ ਇਹਨੂੰ, ਭੁੱਲ ਜੇ। ਇਹ ਬੱਸਾਂ 'ਚ ਰੁਲਦੇ ਦਿਖਾਵਾਂਗੇ, ਅਸੀਂ ਆਉਣ ਵਾਲੇ ਸਮੇਂ ਰੋਡਵੇ ਦੀਆਂ ਬੱਸਾਂ ਤੇ ਰੁਲਦੇ ਦਿਖਾਵਾਂਗੇ, ਕਿਉਂਕਿ ਇਦੋਂ ਜਦੋਂ ਕੋਡ ਆਫ ਕੰਡਕਟ ਲੱਗ ਜੂ ਉਦੋਂ ਬਾਅਦ ਸਾਡੀ ਅਗਲੀ ਜੰਗ ਸ਼ੁਰੂ ਹੋ ਜਾਣੀ ਹੈ। ਘਰ ਘਰ ਜਾ ਕੇ ਵੋਟਾਂ ਇਹਨਾਂ ਦੀਆਂ ਖਰਾਬ ਕਰਨ ਦੀ, ਭੰਡੀ ਪ੍ਰਚਾਰ ਕਰਨ ਦੀ, ਘਰ ਘਰ ਜਾ ਕੇ ਇਹਨਾਂ ਦਾ ਪਰਦਾਫਾਸ਼ ਕਰਾਂਗੇ। ਸਭ ਤੋਂ ਵੱਡੀ ਗੱਲ ਜਿਹੜਾ ਮਾਲਵਾ ਏਰੀਆ ਉੱਥੇ ਇੱਕ ਭਰਮ ਬਣ ਗਿਆ ਵੀ ਚੰਨੀ ਜਿਹੜਾ ਮੁੱਖ ਮੰਤਰੀ ਬਣਿਆ ਮਸੀਹ ਹੈ, ਗਰੀਬਾਂ ਦਾ ਮਸੀਹ ਹੈ, ਥੱਲੜੇ ਲੈਵਲ ਤੋਂ ਉੱਠਿਆ ਜੀ, ਕਿਸੇ ਬੇਬੇ ਨੂੰ ਬੁੱਕਲ 'ਚ ਲਈ ਖੜਾ, ਕਿਸੇ ਬਾਪੂ ਨੂੰ ਬੁੱਕਲ 'ਚ ਲਈ ਖੜਾ। ਉਹ ਭਰਮ ਅਸੀਂ ਕੁਛ ਤਾਂ ਦੂਰ ਕਰਤਾ ਤੇ ਕੁਛ ਅਸੀਂ ਕਰਾਂਗੇ। ਇਹ ਭੁੱਲ ਜਾਣ ਬਾਦਲ ਸਰਕਾਰ ਨੂੰ ਕਰਾਰੀ ਮਾਰਨ ਵਾਲੇ ਅਸੀਂ ਲੋਕ ਸੀਗੇ। ਜਦੋਂ ਉਹਨਾਂ ਦਾ ਹੰਕਾਰ ਮਤਲਬ ਗਾਗਰਾਂ ਭਰ ਗਈਆਂ, ਛਲਕਣ ਲੱਗ ਗਿਆ। ਇਸੇ 2 ਮਹੀਨਿਆਂ ਦੇ ਵਿੱਚ ਅਸੀਂ ਤਾਂ ਸੋਚਿਆ ਰਾਜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਘਰਾਣੇ ਨਾਲ ਸੰਬੰਧਿਤ ਹੈ, ਉਹ ਤਾਂ ਹੰਕਾਰੀ ਹੈ, ਪਰ ਇਹ ਤਾਂ ਉਹਦਾ ਵੀ ਪਿਓ ਨਿਕਲਿਆ। ਗਰੀਬ ਤਬਕੇ ਤੋਂ ਉੱਠਿਆ ਸੀ, ਭੁੱਲ ਗਿਆ, ਸਭ ਕੁਝ ਭੁੱਲ ਗਿਆ। ਇਹਦਾ ਹੰਕਾਰ ਕੁੱਟ ਕੇ ਜਿਹੜਾ ਭਰਿਆ ਅਸੀਂ ਪ੍ਰਚਾਰ ਕਰਕੇ ਨੰਗਾ ਕਰਾਂਗੇ। ਇਹਦੀ ਜਿਹੜੀ ਇਹਨੇ ਛਵੀ ਬਣਾਈ ਹੈ ਕਿ ਮੈਂ ਗਰੀਬਾਂ ਦਾ ਮਸੀਹਾ, ਉਹ ਅਸੀਂ ਦੂਰ ਕਰਾਂਗੇ। ਇਹਨਾਂ ਨੇ ਦਾਅਵੇ ਕੀਤੇ ਸਰਕਾਰ ਨੇ ਵੀ ਅਸੀਂ ਇਹ ਜਥੇਬੰਦੀਆਂ ਨੂੰ ਖੁਸ਼ਹਾਲ ਕਰ ਦਿੱਤਾ, ਜੇ ਉਹ ਉੱਠ ਕੇ ਆ ਗਈਆਂ ਵੀ ਇਹ ਜਥੇਬੰਦੀ ਜਿਵੇਂ ਮਰਜ਼ੀ ਹੈ ਜੀ, ਸਾਡੇ ਤਾਂ ਹੋਇਆ ਹੱਲ ਤੇ ਤੁਹਾਡੇ ਮਗਰੇ ਲਾਤੇ ਜੇ ਇਹਨਾਂ ਨੇ। ਇੱਕ ਦਿਖਾ ਦਿਓ, 36000 ਦੀ ਗੱਲ ਕਰਦੇ ਆ, 36 ਬੰਦੇ ਦਿਖਾ ਦਿਓ ਪੱਕੇ ਕੀਤੇ, 36 ਬੰਦੇ ਦਿਖਾ ਦੇਣ ਜਿਹੜੀਆਂ
ਸੰਘਰਸ਼ੀ ਜਥੇਬੰਦੀਆਂ ਸੀ ਜਿਨ੍ਹਾਂ ਦੇ ਦਾਅਵੇ ਕਰ ਰਹੇ ਹੈ ਕਿ ਅਸੀਂ 36000 ਲੋਕ ਮਤਲਬ ਪੱਕੇ ਕਰਤੇ, ਉਹ ਤਾਂ ਸੜਕਾਂ ਤੇ ਰੁਲ ਰਿਹਾ। ਠੇਕਾ ਮੁਲਾਜ਼ਮ ਮੋਰਚਾ 3 ਦਿਨ ਖੰਨੇ ਜਾਮ ਲਾਈ ਰੱਖਿਆ, ਉਹ ਐਂਟਰਟੇਨਮੈਂਟ ਲਈ ਥੋੜਾ ਲਾਈ ਰੱਖਿਆ, ਕੀਤਾ ਹੀ ਕਿਸੇ ਦਾ ਕੱਖ ਨਹੀਂ। ਫਲੈਕਸ ਬੋਰਡ ਤੇ ਬਹੁਤ ਕੁਝ ਕਰਤਾ। ਬਾਕੀ ਜੇ ਨਹੀਂ ਕਿਸੇ ਦਾ ਕੁਝ ਨਹੀਂ ਹੋਇਆ ਜੀ ਤਾਂ ਉਹ ਤੁਹਾਡੇ ਨਾਲ ਕਿਉਂ ਨਹੀਂ ਆਉਂਦੀਆਂ ਜਥੇਬੰਦੀਆਂ, ਇੱਥੇ ਇਕੱਠੀਆਂ ਕਿਉਂ ਨਹੀਂ ਹੁੰਦੀਆਂ? ਕਿਸਾਨਾਂ ਨੇ ਇੱਕ ਤਾਂ ਦਿਖਾਈ ਹੈ ਜੀ, ਇੱਕ ਇਹਦੇ ਨਾਲ ਜਿੱਤ ਹੋ ਗਈ ਉਹਨਾਂ ਦੀ। ਨਹੀਂ ਇਹ ਇਦਾਂ ਦੀ ਗੱਲ ਨਹੀਂ। ਜਥੇਬੰਦੀਆਂ ਟਾਈਮ ਟੂ ਟਾਈਮ ਉਹਨਾਂ ਦੇ ਆਪਦੇ ਪ੍ਰੋਗਰਾਮ ਵੀ ਚੱਲ ਰਹੇ ਆ। ਅਸੀਂ ਆਪਦਾ ਕੱਚੇ ਅਧਿਆਪਕ ਜਿਹੜੇ 5 ਵਰਗ ਸੀ ਅਸੀਂ ਇਕੱਠੇ ਹੋ ਕੇ ਲੜੇ ਆ। ਅੱਜ ਵੀ ਆਈਆਂ ਜਥੇਬੰਦੀਆਂ, SC BC ਮੁਲਾਜ਼ਮ ਜਿਹੜਾ ਮੰਚ ਇਹਨਾਂ ਦਾ ਬਣਿਆ ਉਹ ਵੀ ਆਇਆ, ਹੋਰ ਵੀ ਸਾਂਝਾ ਮੋਰਚਾ ਵੀ ਆਇਆ ਤੇ ਕਿਸਾਨ ਜਥੇਬੰਦੀਆਂ ਵੀ ਆਈਆਂ ਤੇ ਕੱਲ ਤੋਂ ਜਿਹੜੀਆਂ ਸਾਰੀਆਂ ਭਰਾਤਰੀ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀਆਂ, ਉਹ ਸਾਡਾ ਪੂਰਾ ਸਮਰਥਨ ਕਰ ਰਹੀਆਂ, ਅਸੀਂ ਉਹਨਾਂ ਦਾ ਸਮਰਥਨ ਕਰਦੇ। ਜਦੋਂ ਅਸੀਂ ਇਹ ਗੱਲ ਦੱਸਦੇ ਆ ਰੱਖਦੇ ਆ ਕਿਸੇ ਕਾਂਗਰਸੀ ਅੱਗੇ ਵੀ ਉੱਥੇ ਵੀ ਧਰਨਾ ਲੱਗਿਆ, ਉਹਨਾਂ ਵੱਲ ਵੀ ਧਿਆਨ ਦਿਓ। 6000 ਰੁਪਏ ਦਿੱਤਾ ਜਾ ਰਿਹਾ, ਉਹ ਕਹਿੰਦੇ 6000 ਤਾਂ ਬਹੁਤ ਆ, ਕੇਜਰੀਵਾਲ ਤਾਂ 1000 ਰੁਪਏ ਦੇਣ ਦੀ ਗੱਲ ਕਰ ਰਿਹਾ ਅੱਗੇ ਆ ਕੇ ਜੀ। ਲੱਖ ਲਾਹਨਤਾਂ ਇਹਨਾਂ ਨੂੰ, ਇਹੋ ਜਿਹੇ ਜਵਾਬ ਦੇਣ ਵਾਲਿਆਂ ਨੂੰ। ਇਹਨਾਂ ਦਾ ਸਿੱਖਿਆ ਮੰਤਰੀ ਸਾਡੇ ਨਾਲ ਮੀਟਿੰਗ ਕਰਨ ਲੱਗਿਆ ਇਹ ਗੱਲ ਕਬੂਲਦਾ ਹੈ ਕਿ ਮੈਨੂੰ ਸ਼ਰਮ ਆਉਂਦੀ ਹੈ ਵੀ ਤੁਹਾਡੀ ਤਨਖਾਹ 6000 ਰੁਪਏ। ਮੈਨੂੰ ਸ਼ਰਮ ਆਉਂਦੀ ਹੈ ਵੀ ਤੁਸੀਂ 6000 ਦੇ ਉੱਤੇ ਜ਼ਿੰਦਗੀ ਗਾਲ ਲਈ। ਇਹ ਕਿਹੜਾ ਮੂਰਖ ਮੰਤਰੀ ਇਹਨਾਂ ਦਾ, ਕਿਹੜਾ ਮੂਰਖ MLA ਹੈ, ਕਿਹੜਾ ਮੂਰਖ ਮੈਂ ਕਹੂੰਗੀ ਇਹਨਾਂ ਦਾ ਕੜਮ ਚੌਧਰੀ ਹੈ ਜਿਹੜਾ ਇਹ ਦਾਅਵੇ ਕਰ ਰਿਹਾ ਕਿ 6000 ਬਹੁਤ ਹੈ। ਜੇ ਸਾਡਾ 6000 ਬਹੁਤ ਹੈ ਤਾਂ ਤੁਸੀਂ ਐਡੇ ਐਡੇ ਭੱਤੇ ਲੈ ਕੇ ਵੀ ਤੁਹਾਡੇ ਢਿੱਡ ਨਹੀਂ ਭਰਦੇ, ਤਾਂ ਵੀ ਤੁਸੀਂ ਘਪਲੇ ਤੇ ਘਪਲਾ ਕਰੀ ਜਾਂਦੇ ਹੋ। ਪੰਜਾਬ ਖੁਰਚ ਕੇ ਖਾ ਗਏ ਤੁਸੀਂ। ਤੇ ਜਿਹਨੇ ਪੰਜਾਬ ਦਾ ਸਮਾਜ ਸਿਰਜਣਾ, ਇਤਿਹਾਸ ਬਣਾਉਣਾ, ਜਿਹਨੇ ਵਰਗ ਭਵਿੱਖ ਬਣਾਉਣਾ ਪੰਜਾਬ ਦਾ, ਉਹ ਭੁੱਖਾ ਮਰ ਰਿਹਾ। ਉਹਨਾਂ ਦੀਆਂ ਲਾਸ਼ਾਂ, ਉਹਨਾਂ ਦੀ ਤੁਸੀਂ ਅੰਦਾਜ਼ਾ ਕਰ ਸਕਦੇ ਆ ਵੀ ਇੱਕ ਪਤਨੀ ਨੂੰ ਆਪਦਾ ਲਾਈਫ ਪਾਰਟਨਰ ਚੁੱਕ ਕੇ ਉਹਦੀ ਡੈੱਡ ਬੋਡੀ ਬੁੱਕਲ ਦੇ ਵਿੱਚ ਲਿਆ ਕੇ 5 ਘੰਟੇ ਦਾ ਰਾਹ ਉਹਨੇ ਕਿਵੇਂ ਤੈਅ ਕੀਤਾ ਹੋਊਗਾ। ਪਲ ਪਲ ਮਰੀ ਹੈ ਉਹ, ਪਲ ਪਲ ਮਰੀ ਹੈ ਜਦੋਂ ਆਪਦਾ ਨੌਜਵਾਨ ਪਤੀ ਉਹ ਬੁੱਕਲ ਦੇ ਵਿੱਚ ਲੈ ਕੇ ਆਈ ਹੈ। ਭੁੱਬਾਂ ਨਿਕਲਦੀਆਂ, ਧਾਹਾਂ ਨਿਕਲਦੀਆਂ ਤੇ ਇਹਨਾਂ ਬਸ਼ਰਮਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਤੇ ਹੁਣ ਅੜੀਕਾ ਕਿੱਥੇ ਬਣਿਆ ਹੋਇਆ ਜੀ? ਤੁਸੀਂ ਕਹਿੰਦੇ ਹੋ ਵੀ ਸਿੱਖਿਆ ਮੰਤਰੀ ਵੀ ਕਹਿੰਦਾ ਮੈਨੂੰ ਵੀ ਸ਼ਰਮ ਆ ਗਈ, ਤੇ ਜੇ ਸ਼ਰਮ ਆ ਗਈ ਫਿਰ ਤੇ ਉਹਨਾਂ ਦੀ 6 ਤੋਂ 60000 ਉਹਨਾਂ ਨੂੰ ਟਾਈਮ ਨਹੀਂ ਲੱਗਣਾ ਚਾਹੀਦਾ ਸੀ। ਸਿੱਖਿਆ ਮੰਤਰੀ ਨੇ ਗੱਲ ਕਬੂਲੀ ਹੈ, ਫਿਰ ਕਮੀ ਕਿੱਥੇ ਹੈ? ਕੌਣ ਅੜੀਕਾ ਬਣ ਰਿਹਾ ਵਿੱਚ? ਕਬੂਲੀ ਹੈ, ਕੀਤਾ ਕੁਛ ਨਹੀਂ, ਗੱਲ ਉੱਥੇ ਹੀ ਹੈ। ਦਾਅਵੇ ਕਰਨੇ ਆ, ਡਿੰਗਾ ਮਾਰਨੀਆਂ, ਕਰਨਾ ਕੁਛ ਨਹੀਂ। ਜਦੋਂ ਜਾਂਦੇ ਆ ਇਹ ਫਾਈਨੈਂਸ ਤੇ ਗੱਲ ਖੜਾ ਦਿੰਦੇ ਆ ਕਿ ਵਿੱਤ ਮੰਤਰੀ ਨਹੀਂ ਮੰਨਦੇ ਮਨਪ੍ਰੀਤ ਬਾਦਲ, ਤੇ ਮਨਪ੍ਰੀਤ ਬਾਦਲ ਉਹ ਮਗਰਮੱਛ ਹੈ, ਉਹ ਗਿਰਗਟ ਹੈ। ਜਦੋਂ ਰੂਤ ਸਾਡੀ 14 ਮਹੀਨਿਆਂ ਦੀ ਬੱਚੀ ਬਠਿੰਡੇ ਦੀ ਧਰਤੀ ਦੇ ਉੱਤੇ ਧਰਨੇ ਦੇ ਵਿੱਚ ਸ਼ਹੀਦ ਹੋਈ ਤਾਂ ਇਹ ਜਿਹੜਾ ਗਿਰਗਟ ਸਾਡੇ ਕੋਲ ਉਦੋਂ ਪੀਪਲ ਪਾਰਟੀ ਚਲਾਉਂਦਾ ਸੀ, ਉਦੋਂ ਇਹ ਆ ਕੇ ਸਾਡੀ ਸਟੇਜ ਦੇ ਉੱਤੇ ਇਹਨੇ ਖੇਖਣ ਕੀਤੇ, ਇਹ ਭੁੱਬਾ ਮਾਰ ਕੇ ਰੋਇਆ ਕਿ ਆ ਬੱਚੀ ਮੇਰੀ ਬੱਚੀ ਹੈ, ਇਹ ਜੋ ਸ਼ਹੀਦ ਹੋਈ ਹੈ ਇਹਨਾਂ ਨੂੰ ਜਿਹੜਾ ਜਵਾਬ ਦੇਣਾ ਪਊਗਾ ਆਉਣ ਵਾਲੀਆਂ ਸਮੇਂ ਵਕਤ 'ਚ। ਤੇ ਮੈਂ ਪੀਪਲ ਪਾਰਟੀ ਦੇ ਆਉਂਦਿਆਂ, ਆਪਣੀ ਸਰਕਾਰ ਦੇ ਆਉਂਦਿਆਂ ਕੱਚੇ ਮੁਲਾਜ਼ਮਾਂ ਦਾ ਤੁਹਾਡਾ ਪਹਿਲ ਦੇ ਆਧਾਰ ਤੇ ਹੱਲ ਕਰੂੰਗਾ। ਆ ਜੋ ਹੀ ਮਨਪ੍ਰੀਤ ਬਾਦਲ ਗਿਰਗਟ ਸਾਨੂੰ ਪਛਾਣਦਾ ਹੀ ਨਹੀਂ। ਇਹ ਸਭ ਡਰਾਮੇ ਹੈ, ਸਭ ਸ਼ੋਸ਼ੇ ਹੈ, ਵੋਟਾਂ ਲੈਣ ਲਈ ਇਹ ਸਟੰਟ ਖੇਡੇ ਜਾ ਰਹੇ ਹੈ, ਹੋਰ ਕੁਛ ਨਹੀਂ। ਪਰ ਇੱਕ ਗੱਲ ਚੰਨੀ ਤੇ ਚੰਨੀ ਦੀ ਜੁੰਡਲੀ ਇਹ ਧਿਆਨ ਕਰ ਲੈ ਕਿ ਜੇ ਤੁਸੀਂ ਮੁਲਾਜ਼ਮ ਵਰਗ ਦਾ ਘਾਣ ਕਰਕੇ ਚੋਣ ਜਾਬਤਾ ਲਵਾਤਾ ਤਾਂ ਇਹ ਭੁੱਲ ਜਾਓ ਕਿ ਕਾਂਗਰਸ ਜਿਹੜੀ ਪੰਜਾਬ ਦੇ ਵਿੱਚ ਦੁਬਾਰਾ ਆਊਗੀ। ਤੁਸੀਂ 10 ਸਾਲ ਅੱਗੇ ਤਰਸ ਕੇ ਆਏ ਹੋ, ਆਉਣ ਵਾਲੇ ਸਮੇਂ ਹੋ ਸਕਦਾ ਤੁਸੀਂ 20-25 ਸਾਲ ਹੀ ਨਾ ਆਓ। ਤੇ ਹੁਣ ਕਦੋਂ ਤੱਕ ਨਹੀਂ ਤੁਸੀਂ ਇਹ ਧਰਨਾ ਚੁੱਕਦੇ ਜਾਂ ਕਦੋਂ ਤੱਕ ਉਸ ਲਾਸ਼ ਦਾ ਸੰਸਕਾਰ ਨਹੀਂ ਹੋਊਗਾ ਜੀ? ਜਦੋਂ ਤੱਕ ਸਾਨੂੰ ਸਾਡੇ ਭਰਾ ਗੁਰਪ੍ਰੀਤ ਨੂੰ, ਉਹਦੀ ਪਤਨੀ ਵੀਰਪਾਲ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ, ਜਦੋਂ ਤੱਕ ਇਹਦੀ ਧੌਣ ਚੋਂ ਜਿਹੜਾ ਕਿੱਲਾ ਗੱਡਿਆ ਉਹ ਨਹੀਂ ਨਿਕਲਦਾ, ਉਦੋਂ ਤੱਕ ਅਸੀਂ ਬੈਠੇ ਆ ਇੱਥੇ। ਇੱਕ ਗੁਰਪ੍ਰੀਤ ਨਹੀਂ, ਇੱਥੇ ਹਜ਼ਾਰਾਂ ਗੁਰਪ੍ਰੀਤ ਮਰਨ ਨੂੰ ਤਿਆਰ ਹੈ, ਹਜ਼ਾਰਾਂ ਵੀਰਪਾਲ ਬੈਠੀਆਂ, ਹਜ਼ਾਰਾਂ ਕਿਰਨਜੀਤ ਹੈ ਜਿਹੜੀ ਉਹ ਬੈਨਰ ਤੇ ਸ਼ਹੀਦ ਸਾਡੀ ਭੈਣ ਲੱਗੀ ਹੈ ਜਿਹਨੇ ਅੱਗਾਂ ਲਾਈਆਂ। ਆਹ ਸਮਰਜੀਤ ਮਾਨਸਾ ਖੜੇ ਜਿਨ੍ਹਾਂ ਨੇ ਜਿਉਂਦਿਆਂ ਅੱਗ ਲਾ ਲਈ ਸੀਗੀ ਇੱਥੇ। ਇਹ ਜਿਹੜੀ ਕੌਮ ਹੈ ਕੱਚੇ ਅਧਿਆਪਕਾਂ ਦੀ, ਇਹ ਜਿਹੜੀ ਸੰਘਰਸ਼ੀ ਕੌਮ ਹੈ, ਸ਼ਹਾਦਤ ਦੇਣ ਵਾਲਿਆਂ ਦੀ ਕੌਮ ਹੈ, ਖਮਿਆਜੇ ਭੁਗਤਣਗੇ। ਕਿਉਂ ਲਗਾ ਲਈ ਬਾਈ ਜੀ ਅੱਗ? ਅੱਗ ਲਾਉਣ ਵਾਲੀ ਕੌਮ ਤਾਂ ਨਹੀਂ ਆਪਾਂ ਇੰਨੀ। ਜਦੋਂ ਤੁਸੀਂ ਇੱਕ ਪਾਸੇ ਕਹਿੰਦੇ ਹੋ ਵੀ ਅਸੀਂ ਸੰਘਰਸ਼ ਕਰਦੇ ਹਾਂ, ਸਾਨੂੰ ਧੌਣ ਤੇ ਗੋਡਾ ਰੱਖਣਾ ਵੀ ਆਉਂਦਾ, ਫਿਰ ਅੱਗ ਲਾ ਕੇ ਧੌਣ ਤੇ ਗੋਡੇ ਰੱਖ ਹੁੰਦੇ ਬਾਈ। ਸਾਲ 2016 ਦੇ ਵਿੱਚ
ਜਿਸ ਸਮੇਂ ਅਸੀਂ 2003 ਦੇ ਵਿੱਚ ਲੱਗੇ ਸੀ ਉਸ ਸਮੇਂ ਅਸੀਂ ਐਮਏ ਇਕਨੋਮਿਕਸ ਕਰਦਾ ਸੀ। ਮੈਂ 3 ਵਾਰੀ ਮੈਂ ਟੈਟ ਪਾਸ ਹਾਂ, ਸਾਰੀਆਂ ਕੁਆਲੀਫਿਕੇਸ਼ਨਾਂ ਪੂਰੀਆਂ ਕਰਦਾ ਤੇ ਸਰਕਾਰ ਦੇ ਸਾਹਮਣੇ ਮੈਂ ਹਾਈ ਕੋਰਟ ਦੇ ਵਿੱਚ ਸਰਕਾਰ ਦਾ ਦਿੱਤਾ ਐਫੀਡੈਵਿਟ ਰੱਖਤਾ ਸੀਗਾ ਤੇ ਉੱਥੇ ਬਾਦਲ ਸਰਕਾਰ ਨੇ ਇਹ ਕਹਿ ਕੇ ਟਾਲਤਾ ਸੀਗਾ ਵੀ ਅਸੀਂ ਕਿਹੜਾ ਇੱਥੇ ਮੀਟਿੰਗ ਦੇ ਵਿੱਚ ਹਾਈ ਕੋਰਟ ਦਾ ਵਕੀਲ ਬੁਲਾਉਣਾ ਹੈਗਾ। ਇਸ ਲਈ ਇਹਨਾਂ ਦੀ ਨਿਰਾਸ਼ਤਾ ਤੋਂ ਤੰਗ ਹੋ ਕੇ ਮੈਂ ਫੌਜੀ ਚੌਂਕ ਬਠਿੰਡਾ ਵਿਖੇ ਆਪਣੇ ਆਪ ਨੂੰ ਪੱਕੇ ਹੋਣ ਲਈ ਅੱਗ ਲਾ ਲਈ ਸੀ, ਕਿਉਂਕਿ ਸਰਕਾਰ ਦੇ ਸਤਾਏ ਆ ਹਰ ਇੱਕ ਜਥੇਵਾਰ ਹਰ ਇੱਕ ਐਜੂਕੇਸ਼ਨ ਹੈ ਜਿਹੜੀ ਸਾਡੀ ਪੂਰੀ ਹੈ। ਸਾਡੀ ਸਾਰੀ ਜ਼ਿੰਦਗੀ ਇਹਨਾਂ ਨੇ ਕੋਰਸ ਕਰਾਉਣ ਤੇ ਲਾਤੀ। ਪਹਿਲਾਂ ਸਾਨੂੰ ਈਟੀਟੀ ਕਰਾਈ, ਈਟੀਟੀ ਤੋਂ ਬਾਅਦ ਟੈਟ ਪਾਸ ਹੋਣ ਦੇ ਬਾਵਜੂਦ, ਈਟੀਟੀ ਕਰਨ ਦੇ ਬਾਵਜੂਦ, ਐਮਏ ਕਰਨ ਦੇ ਬਾਵਜੂਦ ਫਿਰ ਇਹਨਾਂ ਨੇ ਹੁਣ ਸਾਨੂੰ ਐਨਟੀਟੀ ਕਰਾਈ। ਐਨਟੀਟੀ ਤੋਂ ਵੀ ਸਾਨੂੰ ਇਹਨਾਂ ਨੇ ਵੱਖੋ ਵੱਖਰੇ ਤਰ੍ਹਾਂ ਦੀਆਂ ਦਿੱਕਤਾਂ ਵਿੱਚ ਪੇਸ਼ ਕਰਕੇ ਸਾਨੂੰ ਇਹਨਾਂ ਨੇ ਲਟਕਾਇਆ ਪਿਆ ਹੈਗਾ। ਇਸ ਲਈ ਅਸੀਂ ਹੁਣ ਮਰਿੰਡਾ ਦੀ ਧਰਤੀ ਵਿਖੇ ਆਪਣਾ ਜਿਹੜਾ ਹੱਲ ਹੈ ਉਹ ਪੁਖਤਾ ਲੈ ਕੇ ਹਟਾਂਗੇ। ਬਿਲਕੁਲ। ਸੋ ਇਸ ਜਥੇਬੰਦੀ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਵੀ ਜਿਹੜਾ ਹੈਗਾ ਹੁੰਗਾਰਾ ਮਿਲਿਆ ਹੈ, ਉਹਨਾਂ ਨੇ ਸਮਰਥਨ ਕੀਤਾ ਹੈ। ਸੋ ਕੋਸ਼ਿਸ਼ ਕਰਦੇ ਹਾਂ ਪੰਜਾਬ ਪ੍ਰੈਸ ਸਕੱਤਰ ਸਿੱਧੂਪੁਰ ਯੂਨੀਅਨ ਦੇ ਮੇਹਰ ਸਿੰਘ ਥੇੜੀ ਜੀ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਤੁਸੀਂ ਸਮਰਥਨ ਦੇ ਲਈ ਆਏ ਹੋ ਜੀ? ਹਾਂਜੀ, ਸਾਨੂੰ ਹੁਣੇ ਪਤਾ ਲੱਗਿਆ ਅੱਧਾ ਪੌਣਾ ਘੰਟਾ ਪਹਿਲਾਂ ਕਿ ਇੱਥੇ ਇੱਕ ਟੀਚਰ ਦੀ ਡੈੱਡ ਬੋਡੀ ਕੱਲ ਮੌਤ ਹੋ ਚੁੱਕੀ ਹੈ, ਪਰ ਪ੍ਰਸ਼ਾਸਨ ਉਹਦੇ ਨਾਲ ਇੰਨਾ ਧੱਕਾ ਕਰ ਰਿਹਾ ਹੈ ਕਿ ਉਸ ਡੈੱਡ ਬੋਡੀ ਨੂੰ ਸਾਂਭਣ ਵਾਸਤੇ ਜਿਹੜੀ ਫਰਿੱਜ ਲਿਆਂਦੀ ਆ ਉਹ ਫਰਿੱਜ ਵੀ ਚੱਕ ਕੇ ਲੈ ਗਏ। ਤੋ ਇਸ ਪ੍ਰਸ਼ਾਸਨ ਨੂੰ, ਇਸ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਐਡੀ ਗਿਰੀਆਂ ਹੋਈਆਂ ਹਰਕਤਾਂ। ਇੱਕ ਪਾਸੇ ਉਹ ਮੁੱਖ ਮੰਤਰੀ ਕਹੇ ਕਿ ਲੋਕਾਂ ਦੀ ਸਰਕਾਰ, ਤੇ ਲੋਕ ਸੜਕ ਤੇ ਡੈੱਡ ਬੋਡੀਆਂ ਵੀ ਰੋਲਣ, ਫਿਰ ਉਹ ਕਿਹੜੇ ਲੋਕਾਂ ਦੀਆਂ? ਜਿਹੜੇ ਸਿੱਖਿਆ ਦਿੰਦੇ ਆ ਆਉਣ ਵਾਲੀ ਪੀੜ੍ਹੀਆਂ ਨੂੰ, ਉਹਨਾਂ ਨੇ ਸਿੱਖਿਆ ਦੇਣੀ ਹੈ, ਉਹ ਆਪਣੀ ਤਨਖਾਹ ਮੰਗਦੇ ਆ ਕਿ ਅਸੀਂ 6000 8000 ਪਰ ਪਿਛਲੇ 10-12 ਸਾਲਾਂ ਦੇ ਨੌਕਰੀ ਕਰਦੇ, ਸਾਨੂੰ ਪੱਕੇ ਕਰ ਲਓ। ਉਹ ਆਪਣੀ ਹੱਕੀ ਮੰਗਦੇ ਆ। ਜੇ ਉਹਦੀ ਅਚਾਨਕ ਮੌਤ ਹੋ ਗਈ ਤਾਂ ਉਹਦੀ ਡੈੱਡ ਬੋਡੀ ਤਾਂ ਨਾ ਰੌਲੋ, ਉਹਨੂੰ ਸਾਂਭਣ ਦਾ ਕੰਮ ਤਾਂ ਕਰ ਲਓ। ਫਰਿੱਜ ਤਾਂ ਪ੍ਰਸ਼ਾਸਨ ਨੂੰ ਆਪ ਦੇਣੀ ਚਾਹੀਦੀ ਸੀ। ਕੋਈ ਜ਼ਿੰਮੇਵਾਰ ਪ੍ਰਸ਼ਾਸਨ ਦਾ ਸੀਨੀਅਰ ਅਫਸਰ ਆਉਂਦਾ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਆਉਂਦਾ, ਇਹਨਾਂ ਬੇਰੁਜ਼ਗਾਰ ਜਿਹੜੇ ਕੱਚੇ ਅਧਿਆਪਕ ਇਹਨਾਂ ਨੂੰ ਬੈਠ ਕੇ ਪੁੱਛਦਾ, ਉਹਨਾਂ ਨੂੰ ਕੋਈ ਟਾਈਮ ਦਿੰਦਾ, ਕੋਈ ਗੱਲ ਉਹਨਾਂ ਦੇ ਨਾਲ ਸੁਣਦੇ ਤੇ ਇਸ ਡੈੱਡ ਬੋਡੀ ਨੂੰ ਕਿਸੇ ਵੇਲੇ ਲਾਉਂਦੇ, ਇਹਦੀ ਬੇਇੱਜ਼ਤੀ ਨਾ ਹੁੰਦੀ, ਇਹ ਰੁਲਦੀ ਨਾ ਫਿਰਦੀ। ਪਰ ਮੈਨੂੰ ਬੜੀ ਹੈਰਾਨਗਰੀ ਹੈ ਸਰਕਾਰ ਤੇ, ਜਿਹੜੇ ਹਜ਼ਾਰ ਲੱਖਾਂ ਰੁਪਏ ਦੇ ਫਲੈਕਸ ਬੋਰਡ ਲਾ ਕੇ ਲੋਕਾਂ ਦੀ ਸਰਕਾਰ, ਦੋ ਜਨਾਨੀਆਂ ਨੂੰ ਕੋਲ ਖੜਾ ਕੇ ਕਹਿੰਦਾ ਲੋਕਾਂ ਦੀ ਸਰਕਾਰ, ਉਹ ਲੋਕਾਂ ਦੀ ਸਰਕਾਰ ਵਿੱਚ ਲੋਕਾਂ ਦੀਆਂ ਡੈੱਡ ਬੋਡੀਆਂ ਰੁਲਦੀਆਂ ਫਿਰਦੇ ਨੂੰ ਸ਼ਰਮ ਨਹੀਂ ਆਉਂਦੀ ਇਸ ਚੀਜ਼ ਦੀ। ਤੇ ਅਸੀਂ ਆਏ ਹਾਂ, ਇਹਨਾਂ ਦਾ ਸਮਰਥਨ ਕਰਨ ਆਏ ਹਾਂ। ਜਿੰਨਾ ਹੋਇਆ ਕਰਾਂਗੇ ਤੇ ਕੱਲ੍ਹ ਨੂੰ ਇੱਥੇ ਇਕੱਠ ਵੀ ਕਰਾਂਗੇ ਤੇ ਇਸ ਪ੍ਰਸ਼ਾਸਨ ਨੂੰ ਪੁੱਛਾਂਗੇ ਕਿ ਡੈੱਡ ਬੋਡੀ ਕਿਸ ਤਰ੍ਹਾਂ ਰੋਲੀ ਆ, ਤੁਸੀਂ ਕਿਉਂ, ਇਹਦਾ ਹਿਸਾਬ ਦਿਓ ਸਾਨੂੰ। ਥੇੜੀ ਸਾਹਿਬ, ਅੱਜ ਕੱਲ੍ਹ ਤਾਂ ਮਤਲਬ ਕਿ ਬਹੁਤ ਪਾਵਰਫੁੱਲ ਹੈ ਜੀ ਕਿਸਾਨ ਜਥੇਬੰਦੀਆਂ, ਤੇ ਇਹ ਕੱਲ੍ਹ ਦੇ ਜਿਹੜਾ ਹੈਗਾ ਉਹ ਹੋ ਰਿਹਾ। ਹੁਣ ਤੁਸੀਂ ਸਮਰਥਨ ਦੇਣ ਵੀ ਆਏ ਹੋ, ਤੁਸੀਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਕਿ ਜਾਂ ਤੁਹਾਡੀ ਗੱਲ ਮੰਨ ਰਹੇ ਆ ਜੀ? ਦੇਖੋ, ਮੈਂ ਕਹਿੰਦਾ ਵੀ ਮੈਨੂੰ ਤਾਂ ਪਤਾ ਹੀ 40-45 ਮਿੰਟ ਪਹਿਲਾਂ ਲੱਗਿਆ, ਕਿਉਂਕਿ ਦਿੱਲੀ ਮੋਰਚੇ ਦੇ ਸੰਬੰਧ ਵਿੱਚ ਆ ਤੁਹਾਡੇ ਨੇੜੇ ਹੀ ਭਾਗੋ ਮਾਜਰਾ ਟੋਲ ਪਲਾਜ਼ਾ ਅਸੀਂ ਨਹੀਂ ਛੱਡਿਆ, ਹਲੇ ਸਾਡਾ ਧਰਨਾ ਚੱਲ ਰਿਹਾ। ਉੱਥੇ ਉਹਨਾਂ ਦੀ ਹਾਈ ਪਾਵਰ ਆਈ ਹੋਈ ਸੀ ਧਰਨਾ ਖਿਲਾਉਣ ਵਾਸਤੇ, ਮੇਰੀ ਉਹਨਾਂ ਨਾਲ ਮੀਟਿੰਗ ਚੱਲਦੀ ਸੀ। ਉਸ ਤੋਂ ਬਾਅਦ ਜਦੋਂ ਆਏ ਤਾਂ ਸਾਨੂੰ ਤਾਂ ਫਰੀਦਕੋਟ ਤੇ ਫੋਨ ਆਇਆ ਕਿ ਉੱਥੇ ਡੈੱਡ ਬੋਡੀ ਪਈ ਆ, ਇੱਕ ਧੱਕਾ ਹੋ ਰਿਹਾ, ਉਹਨਾਂ ਦੀ ਸਾਰ ਲਓ। ਅਸੀਂ ਇੱਥੇ ਜਿੰਨਾ ਹੋ ਸਕਿਆ 5-10 15-20 ਮੇਰੇ ਮੈਂਬਰ ਆਏ ਆ, ਇਕੱਠੇ ਹੋਏ ਆ, ਜ਼ਿਲ੍ਹਾ ਪ੍ਰਧਾਨ ਵੀ ਆ ਗਿਆ, ਤੇ ਅਸੀਂ ਕੱਲ੍ਹ ਨੂੰ ਇੱਥੇ ਇਹਨਾਂ ਦੀ ਮਦਦ ਕਰਾਂਗੇ ਤੇ ਧਰਨਾ ਵੀ ਇਹਨਾਂ ਦੇ ਨਾਲ ਲਾਵਾਂਗੇ ਜਿੰਨਾ ਚਿਰ ਪ੍ਰਸ਼ਾਸਨ ਇਹਨਾਂ ਦੀ ਗੱਲ ਨਹੀਂ ਸੁਣਦਾ। ਤੁਸੀਂ ਨਿਰੋਲ ਕਿਸਾਨ ਜਥੇਬੰਦੀ ਤੇ ਹੀ ਹੋ? ਕਿਉਂਕਿ ਕੱਲ੍ਹ ਨੂੰ ਜਦੋਂ ਅਸੀਂ ਕਈ ਵਾਰ ਇਹ ਹੁੰਦਾ, ਜਦੋਂ ਕਿਸੇ ਦੀ ਅਸੀਂ ਇੰਟਰਵਿਊ ਕਰਕੇ ਜਾਂਦੇ ਆ, ਉਸ ਤੋਂ ਬਾਅਦ ਉਸ ਬੰਦੇ ਦੀਆਂ ਫੋਟੋਆਂ ਵਾਇਰਲ ਹੋ ਜਾਂਦੀਆਂ ਵੀ ਆਹ ਦੇਖੋ ਜੀ ਇਹ ਤਾਂ ਅਕਾਲੀਆਂ ਦਾ ਸੀ, ਇਹ ਆਮ ਆਦਮੀ ਪਾਰਟੀ ਦਾ ਸੀ, ਤਾਂ ਤੁਹਾਨੂੰ ਵੀ ਪੁੱਛੇ ਲੈਂਦੇ ਆ ਜੀ। ਦੇਖੋ, ਅਸੀਂ ਆਏ ਆ ਬਤੌਰ ਕਿਸਾਨ ਯੂਨੀਅਨ, ਨਾ ਅਕਾਲੀ, ਨਾ ਕਾਂਗਰਸੀ, ਨਾ ਆਮ ਪਾਰਟੀ, ਨਾ ਕੋਈ ਹੋਰ, ਸਾਡਾ ਕਿਸੇ ਨਾਲ ਸੰਬੰਧ ਨਹੀਂ। ਜੇ ਅਸੀਂ ਇਹਨਾਂ 86 ਲੋਕਾਂ ਨੂੰ ਤਾਂ ਕਿਸਾਨ ਮੋਰਚੇ ਦੀ ਸਟੇਜ ਪਰ ਚੜ੍ਹਨ ਨੂੰ ਵੀ ਨਹੀਂ ਦਿੱਤਾ, ਬੋਲਣਾ ਤਾਂ ਪਾਸੇ ਰਿਹਾ, ਅਸੀਂ ਤਾਂ ਬੈਠਣ ਵੀ ਦਿੱਤੇ ਨਹੀਂ। ਅਸੀਂ ਇਹਨਾਂ ਦੀ ਮਦਦ ਕਿਉਂ ਲਵਾਂਗੇ? ਮੈਨੂੰ ਬੜੀ ਖੁਸ਼ੀ ਹੈ ਜੇ ਵਿਰੋਧੀ ਪਾਰਟੀਆਂ ਆ ਕੇ ਇੱਥੇ ਮਦਦ ਕਰ ਦੇਣ। ਮਦਦ ਤਾਂ ਕਾਂਗਰਸੀਆਂ ਨੂੰ ਵੀ ਕਰਨੀ ਚਾਹੀਦੀ ਹੈ, ਕਿਉਂ ਕਿ ਸਰਕਾਰ ਆ ਜਿਹੜੀ ਇਹ ਚਾਹੇ ਕਾਂਗਰਸ ਦੀ ਹੈ, ਪਰ ਇਹ ਧੱਕਾ ਤਾਂ ਕਿਸੇ ਬੇਰੁਜ਼ਗਾਰਾਂ ਨਾਲ ਹੋਇਆ ਪਿਆ। ਇਹ ਸਰਕਾਰ ਆਪਣੀ ਨੂੰ ਕਹਿਣ ਵੀ ਨਾ ਧੱਕਾ ਨਾ ਕਰ, ਇਸ ਡੈੱਡ ਬੋਡੀ ਨੂੰ ਇਹਨੂੰ ਰੋਲ ਨਾ ਸੜਕ ਤੇ, ਇਹਦਾ ਕੋਈ ਪ੍ਰਬੰਧ ਕਰੋ।
ਇਹ ਮੈਂ ਸਾਰੀਆਂ ਹੀ ਪਾਰਟੀਆਂ ਨੂੰ ਅਪੀਲ ਕਰਾਂਗਾ, ਹੱਥ ਬੰਨ੍ਹ ਕੇ ਪੁਰਜ਼ੋਰ ਅਪੀਲ ਕਰਦਾ ਹੈ ਕਿ ਇਹਨਾਂ ਬੇਰੁਜ਼ਗਾਰਾਂ ਦੇ ਨਾਲ ਜਿਹੜੇ ਇੱਥੇ ਕਈ ਦਿਨਾਂ ਤੋਂ ਬੈਠੇ ਆ, ਮੈਨੂੰ ਹੁਣ ਪਤਾ ਲੱਗਿਆ ਵੀ ਇਹਨਾਂ ਦੀ ਆਪਾਂ ਸਾਰੀਆਂ ਹੀ ਪਾਰਟੀਆਂ ਨੂੰ ਛੱਡ ਕੇ ਮਦਦ ਕਰੋ। ਉਹ ਇਹ ਵੀ ਕਹਿੰਦੇ ਨੇ, ਉਹ ਕਹਿੰਦੇ ਵੀ ਠੀਕ ਹੈ ਇਹ ਬੇਰੁਜ਼ਗਾਰ ਨੇ, ਪਰ ਪਿੱਛੇ ਉਹ ਕੈਪਟਨ ਤੇ ਬਾਦਲਾਂ ਤੇ ਇਲਜ਼ਾਮ ਲਾ ਕੇ ਕਹਿੰਦੇ ਨੇ ਵੀ ਕੈਪਟਨ ਤੇ ਬਾਦਲਾਂ ਨੇ ਲੁੱਟ ਕੇ ਖਾ ਲਿਆ ਤੇ ਉਹ ਖਜ਼ਾਨਾ ਜਮਾ ਹੀ ਖਾਲੀ ਹੈ। ਕਹਿੰਦੇ ਜੇ ਅਸੀਂ ਇਹਨਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਵੀ ਦੇ ਦਿੱਤਾ, ਬਾਅਦ ਦੇ ਵਿੱਚ ਸਿਰ ਪੜਾਈ ਤਨਖਾਹ ਹੋਣ ਲੱਗ ਜਾਣੀ ਵੀ ਹੁਣ ਤਨਖਾਹ ਸਾਡੀ ਆ ਨਹੀਂ ਰਹੀ ਸਾਲ ਤੋਂ। ਦੇਖੋ ਇਹ ਤਾਂ ਇਹ ਸਵਾਲ ਇਹ ਗਲਤ ਹੈ। 5 ਸਾਲ ਹੋ ਗਏ, ਵਾਅਦੇ ਕਿਹਨੇ ਕੀਤੇ? ਸਰਕਾਰ ਕਿਹਦੀ ਸੀ? ਇਹ ਜਿਹੜਾ ਹੁਣ ਮੁੱਖ ਮੰਤਰੀ ਹੈ ਇਹ ਕਿੱਥੇ ਸੀ? ਇਹ ਮੰਤਰੀ ਨਹੀਂ ਸੀ ਵਿੱਚ? ਕੀ ਇਹਨੇ ਕਦੇ ਆਵਾਜ਼ ਉਠਾਲੀ? ਹੁਣ ਜਦ 5 ਸਾਲ ਇਹ ਸਾਰੇ ਹੀ ਮੰਤਰੀ ਜਿੰਨਾ ਕੈਪਟਨ ਜ਼ਿੰਮੇਵਾਰ ਹੈ ਇਹ ਵੀ ਜ਼ਿੰਮੇਵਾਰ ਹੈ। ਖਜ਼ਾਨਾ ਮੰਤਰੀ ਤਾਂ ਨਹੀਂ ਬਦਲਿਆ, ਉਹ ਤਾਂ ਉਹੀ ਆ ਜੀ। ਉਹ ਮੈਂ ਕਹਿੰਦਾ ਖਜ਼ਾਨਾ ਮੰਤਰੀ ਨਹੀਂ, ਇਹ ਮੁੱਖ ਮੰਤਰੀ ਵੀ ਵਿੱਚ ਸੀ। ਇਹ ਆਪਣੇ ਆਪ ਨੂੰ ਕਿਸ ਤਰ੍ਹਾਂ ਕਹਿ ਸਕਦਾ ਕਿ ਖਜ਼ਾਨਾ ਖਾਲੀ ਹੈ? ਇਹਨੇ ਜਦ ਕਿਉਂ ਨਹੀਂ ਕਰਿਆ? ਕਦੇ ਸਵਾਲ ਠਾਲਿਆ ਇਹ? ਤੇ ਹੁਣ ਵੋਟਾਂ ਵੇਲੇ ਤਾਂ ਸਭ ਕੁਝ ਬੋਲਦੇ ਆ। ਜਿੱਕਣ ਅੱਗੇ ਝੂਠ ਬੋਲ ਕੇ 5 ਸਾਲ ਸਰਕਾਰ ਬਣਾਈ ਆ, ਹੁਣ ਫੇਰ ਇਹਨਾਂ ਦਾ ਇਹੀ ਹੈ ਵੀ ਕੈਪਟਨ ਸਾਹਿਬ ਨੇ ਕੰਮ ਨਹੀਂ ਕਰਿਆ, ਹੁਣ ਅਸੀਂ ਕੰਮ ਕਰਤੇ। ਕੰਮ ਕਰੇ ਕਿਹੜੇ? ਪੰਜਾਬ ਨੂੰ ਰੰਗ ਬਰੰਗਾ ਜ਼ਰੂਰ ਕਰਾਤਾ ਵੀ ਕਰੋੜਾਂ ਰੁਪਏ ਦੇ ਫਲੈਕਸ ਬੋਰਡ ਲਾਤੇ। ਮੈਨੂੰ ਕੰਮ ਬਣਾਓ ਵੀ ਕਿਹੜਾ ਕਰਿਆ? ਜਿਹੜਾ ਕਹਿੰਦੇ ਆ 36000 ਮੁਲਾਜ਼ਮ ਪੱਕਾ ਕਰਿਆ, ਦੱਸੋ ਲਿਸਟ ਤੋਂ ਕਿਹੜੇ ਮਹਿਕਮੇ 'ਚ ਕਿੰਨੇ ਸੌ ਪੱਕਾ ਹੋਇਆ, ਕਿੰਨੇ ਹਜ਼ਾਰ ਪੱਕਾ ਹੋਇਆ? ਪੱਕਾ ਤਾਂ ਕੋਈ ਕਰਿਆ ਹੀ ਨਹੀਂ। ਜੇ ਪੱਕੇ ਹੋਏ ਹੁੰਦੇ ਕਾਹਨੂੰ ਰੁਲਦੇ ਫਿਰਨ ਸੜਕਾਂ 'ਤੇ? ਜਿਉਂਦਿਆਂ ਨੇ ਤਾਂ ਰੁਲਣਾ, ਤਾਂ ਡੈੱਡ ਬੋਡੀਆਂ ਵੀ ਰੁਲ ਸੋ ਇਸ ਕਰਕੇ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਇਹ ਸਰਕਾਰ ਦਾ ਚਾਹੇ ਕੋਈ ਵੀ ਐਮਐਲਏ ਆ ਚਾਹੇ ਮੰਤਰੀ ਹੈ, ਉਹ ਆਪਣੇ ਆਪ ਨੂੰ ਕੈਪਟਨ ਸਰਕਾਰ ਤੇ ਅਲੱਗਾ ਕਰਕੇ ਗੱਲ ਨਹੀਂ ਕਰ ਸਕਦਾ। ਬਿਲਕੁਲ। ਸੋ ਏਸੀ ਮੇਹਰ ਸਿੰਘ ਜੀ ਕਿਸਾਨ ਯੂਨੀਅਨ ਦੇ ਵੱਲੋਂ ਵੀ ਇਸ ਜਥੇਬੰਦੀ ਨੂੰ ਸਮਰਥਨ ਦਿੱਤਾ ਗਿਆ ਹੈ ਤੇ ਕਿਹਾ ਗਿਆ ਵੀ ਇਹ ਡੈੱਡ ਬੋਡੀ ਦਾ ਸਤਿਕਾਰ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਨਹੀਂ ਰੁਲਣੀ ਚਾਹੀਦੀ। ਇੱਕ ਘਰ ਦਾ ਜਿਹੜਾ ਦੀਵਾ ਬੁਝਿਆ ਹੈ ਤਾਂ ਉਸ ਦਾ ਇਸ ਤਰ੍ਹਾਂ ਅਪਮਾਨ ਨਹੀਂ ਕੀਤਾ ਜਾਣਾ ਚਾਹੀਦਾ। ਇਸ ਕਰਕੇ ਇਨਸਾਫ ਜੇਕਰ ਨਹੀਂ ਦਿੰਦੀ ਸਰਕਾਰ ਤਾਂ ਇਨਸਾਫ ਇਹਨਾਂ ਦਾ ਕਹਿਣਾ ਹੈ ਵੀ ਅਸੀਂ ਸਵੇਰੇ ਇਕੱਠ ਕਰਾਂਗੇ ਤੇ ਫਿਰ ਇਨਸਾਫ ਸਾਨੂੰ ਲੈਣਾ ਆਉਂਦਾ ਹੈ। ਸੋ ਵੇਖਣਾ ਹੋਵੇਗਾ ਕਿ ਹੁਣ ਸਰਕਾਰ ਦਾ ਇਸ ਤੋਂ ਬਾਅਦ ਕੀ ਰਵੱਈਆ ਹੋਏਗਾ। ਕੀ ਗੁਰਪ੍ਰੀਤ ਸਿੰਘ ਨੂੰ ਇਨਸਾਫ ਮਿਲਦਾ ਹੈ, ਪਰਿਵਾਰ ਨੂੰ ਇਨਸਾਫ ਮਿਲਦਾ ਹੈ ਤੇ ਕੀ ਜਥੇਬੰਦੀਆਂ ਜਿਹੜੀਆਂ ਇੱਥੇ ਬੇਰੁਜ਼ਗਾਰ ਜਥੇਬੰਦੀ ਕੱਚੇ ਅਧਿਆਪਕ ਨੇ ਕਿ ਇਹਨਾਂ ਨੂੰ ਇਨਸਾਫ ਮਿਲਦਾ ਹੈ? ਜੇ ਮਿਲਦਾ ਹੈ ਤਾਂ ਕਦੋਂ ਮਿਲਦਾ ਹੈ? ਇਸ ਦੇ ਉੱਤੇ ਹੁਣ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਮੋਰਿੰਡਾ।